इंडिविजुअल पार्टीज़ की गल मैं कर दांगा। कांग्रेस ते बादल दल नूं छड्ड के असीं पंजाब दे भले लई किसी नाल भी समझौता कर सकते। वो सैपरेट जिहड़ी एंटिटी है, कल नूं जे बादल दल नाल रहिंदे ने तां फिर अपने आप ही बाहर हो जाणगे। यही जी गल नहीं कर सके जिहदे नाल लोक सभा उत्साहित हो। मैं समझदा जिहड़ी उन्हां ने बनाई इहदे नाल तां काडर दे विच निराशता ते लोकां दे विच भी जिहड़ा विश्वास घटूगा वधूगा कि पंजाब दे विच एक दोनों जो एग्जिस्टिंग चाहे अकाली बादल दल ते भाजपा है चाहे कांग्रेस है, ये दोनों कॉम्बिनेशन तो लोग दुखी ने। असीं आपदे जो साडा जिवें तुहानूं मैं सिद्धांतां दी गल कीती है भी जो श्रोमणी अकाली दल दी कोर आइडियोलॉजी है वो ते रह के ਜਿਹੜਾ ਸਾਡਾ ਉਸ ਕੋਰ ਆਈਡੀਓਲੋਜੀ ਨੂੰ ਮੰਨ ਕੇ ਸਾਡੇ ਨਾਲ ਚੱਲਣ ਨੂੰ ਤਿਆਰ ਹੋਏਗਾ, ਅਸੀਂ ਹਰ ਕਿਸੇ ਵਾਸਤੇ ਨਾਲ ਚੱਲਣ ਨੂੰ ਤਿਆਰ ਹੈ। ਤੇ ਕਾਂਗਰਸ ਨਾਲ ਤਾਂ ਸਾਡੀ ਮੇਲ ਹੋ ਹੀ ਨਹੀਂ ਸਕਦੀ। ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਐਸੇ ਫੈਸਲੇ ਕੀਤੇ ਜਿਹੜੇ ਅੱਜ ਵੀ ਅਸੀਂ ਲੈ ਰਹੇ ਹਾਂ, ਜਿਹੜੇ ਸਾਡੇ ਮੂਲ ਹੀ ਸਿਧਾਂਤਾਂ ਦੇ ਉਲਟ ਹੈ। ਕਿਉਂਕਿ ਅਸੀਂ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਗੱਲ ਕਰਦੇ ਸੀ ਰਾਜਾਂ ਨੂੰ ਵੱਧ ਅਧਿਕਾਰ ਦੇਣ, ਤੇ ਫਿਰ ਅਸੀਂ ਜਿਹੜਾ ਹੈ ਆਪਦਾ ਮਿਸ਼ਨ ਨੂੰ ਜਾਰੀ ਰੱਖਣਾ। ਤੇ ਮੈਨੂੰ ਪੂਰਾ ਭਰੋਸਾ ਹੈ ਵੀ ਅਸੀਂ ਉਸ ਸੋਚ ਨੂੰ ਦੁਆਰੇ ਜਾਕਰ ਕਰਨ ਦੇ ਵਿੱਚ ਸਫਲ ਹੋਵਾਂਗੇ। ਕਿਉਂਕਿ ਦੇਖੋ ਇਹ ਸਿੰਘ ਸਾਹਿਬ ਦੇ ਨਾਲ ਸੰਬੰਧਿਤ ਹੈ। ਮੈਂ ਜੇ ਉਹਨਾਂ ਤੇ ਸਿੱਧਾ ਕਿੰਤੂ ਪਰੰਤੂ ਕਰਨਾ ਵੀ ਉਹ ਕਿਸੇ ਦੇ ਕਹੇ ਤੋਂ ਕਰਨੇ ਉਚਿਤ ਨਹੀਂ ਹੋਏਗਾ। ਸਾਰਾ ਇੰਨੀ ਖੁਦ ਦੀ ਲੋੜ ਨਹੀਂ ਸੀ ਕਿ ਜਿੱਦੀ ਇੱਕਦਮ ਹੀ ਦੇ ਦਿੱਤੀ ਪਾਰਟੀ ਸਾਰਾ ਨਾ ਪੂਰਾ ਦਿਨ 3 ਹਫ਼ਤੇ ਦਾ ਫਿਰ ਖੋਲ ਦੇ। ਇਹ ਜਿਹੜਾ ਵਿੱਚ ਵਿਚਾਲੇ ਵਾਲਾ ਨਾ ਉਹ ਨਾ ਤਾਂ ਤੇ ਨਾ ਹੀ ਤੁਹਾਡਾ ਪਰਪਸ ਹੱਲ ਹੁੰਦਾ ਹੈ। ਸਰ ਬੰਦ ਕਰਨ ਤੋਂ ਪਹਿਲਾਂ ਇਹ ਗੱਲ ਤੁਹਾਡੀ ਸ਼ਿਫਟ ਹੋ ਜਾਂਦੇ ਪਹਿਲਾਂ ਸੈਟਲ ਹੋ ਜਾਂਦੇ, ਉਸ ਤੋਂ ਬਾਅਦ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਜੀ ਸਾਰਿਆਂ ਦਾ। ਦੂਸਰਾ ਬੜਾ ਲੰਬਾ ਸਮਾਂ ਲੋਕਡਾਊਨ ਕਰਕੇ ਐਕਟੀਵਿਟੀਜ਼ ਬੰਦ ਰਹਿਣ ਨਹੀਂ, ਤੇ ਸਾਡੇ ਸਾਰੇ ਜਿਹੜੇ ਸਾਥੀ ਨੇ ਉਹਨਾਂ ਦੀ ਇੱਛਾ ਸੀ ਵੀ ਹੁਣ ਅਸੀਂ ਜਿਹੜਾ ਪਬਲਿਕ ਐਕਟੀਵਿਟੀ ਵਧਾਈਏ। ਹਾਲਾਂਕਿ ਕੱਟ ਤਾਂ ਕਰ ਨਹੀਂ ਸਕਦੇ, ਪਰ ਫਿਰ ਵੀ ਜਿਹੜਾ ਸਾਡੇ ਸਾਥੀਆਂ ਨਾਲ ਰਾਬਤਾ ਕਰਨਾ, ਉਹਨਾਂ ਨਾਲ ਸਲਾਹ ਮਸ਼ਵਰਾ ਕਰਨਾ ਤੇ ਸੰਤਾਂ ਮਹਾਂਪੁਰਖਾਂ ਦਾ ਆਸ਼ੀਰਵਾਦ ਲੈਣਾ, ਇਹ ਸਾਰਾ ਹੁਣ ਅਸੀਂ ਆਪਦੀ ਜਿਹੜੀ ਹੈ ਪੋਲੀਟੀਕਲ ਐਕਟੀਵਿਟੀਜ਼ ਹੁਣ ਸ਼ੁਰੂ ਕੀਤੀਆਂ ਨੇ। ਤੇ ਉਸੇ ਤਹਿਤ ਅੱਜ ਹੁਸ਼ਿਆਰਪੁਰ ਦੇ ਵਿੱਚ ਅਸੀਂ ਆਏ ਹਾਂ। ਤੇ ਬਾਕੀ ਪ੍ਰੋਗਰਾਮਾਂ ਦਾ ਤੁਹਾਨੂੰ ਸਾਰਾ ਪਤਾ ਹੀ ਹੈ। ਬਾਕੀ ਜਿਹੜੇ ਸਾਡੇ ਸਾਥੀ ਨੇ ਇਹ ਵੀ ਆਪਦੇ ਵੱਲੋਂ ਪੂਰਾ ਯਤਨ ਕਰ ਰਹੇ ਨੇ। ਤੇ ਸਾਡਾ ਦੇਖੋ ਏਮ ਇਹੀ ਹੈ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਸੀ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਉਦੇਸ਼ ਸੀਗਾ, ਉਹਦੇ ਦੁਆਰੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਉਹਨਾਂ ਸਿਧਾਂਤਾਂ ਤੇ ਜਿਹੜੇ ਉਦੇਸ਼ਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਥਾਪਿਤ ਹੋਇਆ ਸੀ, ਉੱਥੇ ਜਿਹੜਾ ਹੈ ਉਸੇ ਚੀਜ਼ ਤੇ ਦੁਬਾਰੇ ਅਸੀਂ ਲਿਆ ਕੇ ਉੱਤੇ ਪਹਿਰਾ ਦੇਣਾ ਹੈਗਾ। ਇਹੀ ਸਾਡਾ ਜਿਹੜਾ ਮੁੱਖ ਨਿਸ਼ਾਨਾ ਹੈ। ਤੇ ਸਾਨੂੰ ਇਹ ਦੁੱਖ ਦੀ ਗੱਲ ਹੈ ਵੀ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਐਸੇ ਫੈਸਲੇ ਕੀਤੇ ਜਿਹੜੇ ਅੱਜ ਵੀ ਅਸੀਂ ਲੈ ਰਹੇ ਹਾਂ, ਜਿਹੜੇ ਸਾਡੇ ਮੂਲ ਹੀ ਸਿਧਾਂਤਾਂ ਦੇ ਉਲਟ ਹੈ। ਕਿਉਂਕਿ ਅਸੀਂ ਸ਼ੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਗੱਲ ਕਰਦੇ ਸੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ। ਅਸੀਂ ਕੀ ਕੀਤਾ, ਅਸੀਂ 370 ਤੇ ਸਮਰਥਨ ਕਰਤਾ, ਜੰਮੂ ਕਸ਼ਮੀਰ ਨੂੰ ਯੂਟੀ ਬਣਾਉਣ ਦਾ ਸਮਰਥਨ ਕਰਤਾ। ਅਸੀਂ ਕਰਦੇ ਸੀ ਕਿਸਾਨੀ ਦੀ ਗੱਲ ਕਰਦੇ ਸੀ, ਤੇ ਅਸੀਂ ਆਰਡੀਨੈਂਸ ਜਿਹੜੇ ਨੇ ਉਹ ਕੈਬਨਿਟ ਦੇ ਵਿੱਚ ਆਰਡੀਨੈਂਸਾਂ ਦੀ ਸਪੋਰਟ ਕਰਤੀ। ਸੋ ਸਾਡਾ ਅਸੀਂ ਮਿਨੋਰਿਟੀਜ਼ ਦੀ ਗੱਲ ਕਰਦੇ ਸੀ, ਖੁਦ ਮਿਨੋਰਿਟੀ ਹੋਣ ਦੇ ਨਾਤੇ ਅਸੀਂ CAA ਦਾ ਸਮਰਥਨ ਕਰਤਾ। ਸੋ ਇਹ ਸਾਰੀਆਂ ਗੱਲਾਂ ਜੇ ਅਸੀਂ ਦੇਖੀਏ ਸਾਡੇ ਅਸੀਂ ਮੂਲ ਸਿਧਾਂਤਾਂ ਤੋਂ ਹੀ। ਫਿਰ ਸਾਨੂੰ ਜਿੱਥੇ ਕਿਸੇ ਸਮੇਂ ਜਿਹੜਾ ਹੈ ਪੰਥਕ ਅਗਵਾਈ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਸੀ, ਅੱਜ ਸਾਨੂੰ ਪੰਥ ਵਿਰੋਧੀ ਲੋਕ ਕਹਿ ਰਹੇ ਨੇ। ਕਿਉਂਕਿ ਚਾਹੇ ਬੇਅਦਬੀ ਹੋਈ, ਚਾਹੇ SGPC ਦੀ ਵਰਕਿੰਗ ਤੋਂ ਲਾ ਲਓ, ਇਹਦੇ ਕਰਕੇ ਸਾਰੇ ਹੀ ਜਿਹੜੇ ਢੀਂਡਸਾ ਸਾਹਿਬ, ਉਹਨਾਂ ਦੇ ਸਾਰੇ ਸਾਥੀ ਬਰਾਬਰ ਸਾਹਿਬ, ਸੇਖਵਾਂ ਸਾਹਿਬ, ਉਹਨਾਂ ਦਾ ਇਹੀ ਸੀਗਾ ਵੀ ਸ਼੍ਰੋਮਣੀ ਅਕਾਲੀ ਦਲ 'ਚ ਬੈਠ ਕੇ ਅਸੀਂ ਸਾਡੇ ਮੂਲ ਸਿਧਾਂਤਾਂ ਦੇ ਵਾਪਸ ਆਈਏ। ਬੜੀ ਦੇਰ ਯਤਨ ਵੀ ਉਹਨਾਂ ਨੇ ਕੀਤੇ, ਪਰ ਉਹਨਾਂ ਦੇ ਯਤਨਾਂ ਨੂੰ ਅਸਫਲ ਹੋਣ ਤੋਂ ਬਾਅਦ ਫਿਰ ਉਹਨਾਂ ਨੂੰ ਪਾਰਟੀ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਤਾਂ ਉਹਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ। ਤੇ ਫਿਰ ਅਸੀਂ ਜਿਹੜਾ ਹੈ ਆਪਦਾ ਮਿਸ਼ਨ ਨੂੰ ਜਾਰੀ ਰੱਖਣਾ।
ਤੇ ਮੈਨੂੰ ਪੂਰਾ ਭਰੋਸਾ ਹੈ ਵੀ ਅਸੀਂ ਉਸ ਸੋਚ ਨੂੰ ਦੁਬਾਰੇ ਉਜਾਗਰ ਕਰਨ ਦੇ ਵਿੱਚ ਸਫਲ ਹੋਣਾ। ਸਰ 370 ਦਾ ਜਿਹੜਾ ਉਹਨਾਂ ਨੇ ਸਮਰਥਨ ਕੀਤਾ ਉਹ ਗਲਤ ਰਿਹਾ ਕਿਹੜਾ ਜੀ? 370 ਦਾ ਤੁਸੀਂ ਕਹਿੰਦੇ ਆ ਹਾਂ, ਸਾਡਾ ਮੰਨਣਾ ਵੀ ਗਲਤ ਹੈ ਜੀ। ਅਸੀਂ ਸਾਡਾ ਕੀ ਸੀ ਮੇਨ ਸ਼੍ਰੋਮਣੀ ਅਕਾਲੀ ਦਲ ਦਾ ਸੂਬਿਆਂ ਨੂੰ ਰਾਜਾਂ ਨੂੰ ਵੱਧ ਅਧਿਕਾਰ ਸੀ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਸਭ ਤੋਂ ਪਹਿਲਾਂ ਰੀਜਨਲ ਪਾਰਟੀ ਸੀ। ਉਸ ਤੋਂ ਬਾਅਦ ਹੋਰ ਰੀਜਨਲ ਪਾਰਟੀਜ਼ ਨੇ ਵੀ ਇਸ ਗੱਲ ਨੂੰ ਲੈ ਕੇ ਆਏ ਨੇ। ਸਾਊਥ ਦੀਆਂ ਰੀਜਨਲ ਪਾਰਟੀਜ਼ ਹੋਰ ਵੀ ਸਾਰੀਆਂ ਰੀਜਨਲ ਪਾਰਟੀ ਦੀ ਗੱਲ ਨੂੰ ਮੰਨਦੀਆਂ ਵੀ ਵੱਧ ਅਧਿਕਾਰ ਸੂਬਿਆਂ ਦੇ ਹੋਣੇ ਚਾਹੀਦੇ। ਸੋ ਇਸ ਕਰਕੇ 370 ਸੀ। 370 ਤੋਂ ਵੀ ਜਿਹੜਾ ਨੈਕਸਟ ਸਟੈਪ ਸੀਗਾ ਯੂਨੀਅਨ ਟੈਰੀਟਰੀ ਬਣਾਉਣਾ, ਉਹ ਇੱਕ ਐਕਸਟ੍ਰੀਮ ਸਟੈਪ ਸੀ ਮੈਂ ਸਮਝਦਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡਾ ਉਹ ਹੈਗਾ ਸਰਕਾਰ ਖਾਲਿਸਤਾਨ ਦੀ ਡਿਮਾਂਡ ਪਿੱਛੇ ਜਾਏ ਉੱਠੀ 2-4 ਦਿਨ ਪਹਿਲਾਂ ਤੇ ਆਪਾਂ ਇਹਦਾ ਸਮਰਥਨ ਕਰਦੇ ਹਾਂ ਜਾਂ ਇਹਦੇ ਬਾਰੇ ਦੇਖੋ ਮੈਂ ਕੱਲ੍ਹ ਵੀ ਬਿਆਨ ਦੇ ਚੁੱਕਿਆ ਇਸ ਤੇ ਦੁਬਾਰਾ ਉਹ ਗੱਲ ਕਰਨ ਦੀ ਨਹੀਂ। ਵੀ ਗੱਲ ਇਹ ਹੈ ਵੀ ਅਸੀਂ ਕਿਹੋ ਜਿਹੇ ਮਾਹੌਲ ਵਿੱਚੋਂ ਲੰਘ ਰਹੇ ਹਾਂ ਤੇ ਉਸ ਸਮੇਂ ਜਦ ਅਸੀਂ ਪਿਛਲਾ ਸਮਾਂ ਵੀ ਦੇਖਿਆ ਵੀ ਪੰਜਾਬ ਕਿਹੜੇ ਦੌਰ 'ਚੋਂ ਲੰਘਿਆ ਤੇ ਇਹ ਮੈਂ ਨਹੀਂ ਸਮਝਦਾ ਵੀ ਸਮਾਂ ਹੈ ਵੀ ਅਸੀਂ ਇਹੋ ਜਿਹੀ ਗੱਲ ਕਰੀਏ। ਸਾਨੂੰ ਇਹ ਕਹਿ ਦੇਣਾ ਵੀ ਜੇ ਸਾਨੂੰ ਦੇ ਦੇਣਗੇ, ਦੇਣ ਨੂੰ ਤਾਂ ਸਾਨੂੰ ਕੋਈ ਕੇਂਦਰ ਦੀ ਸਰਕਾਰ ਬਥੇਰੀ ਹੈ, ਸਾਨੂੰ ਚੰਡੀਗੜ੍ਹ ਤਾਂ ਦੇਣ ਨੂੰ ਤਿਆਰ ਨਹੀਂ, ਪੰਜਾਬ ਪਾਣੀ ਤਾਂ ਦੇਣ ਨੂੰ ਤਿਆਰ ਨਹੀਂ। ਅਸੀਂ ਮੰਗੀ ਜਾਂਦੇ ਵੀ ਜੇ ਦੇ ਦੇਣ, ਐ ਨਹੀਂ ਕੋਈ ਦਿੰਦਾ ਹੁੰਦਾ। ਇੱਦਾਂ ਮਤਲਬ ਇਸ ਬਿਆਨ ਨਾਲ ਸਮਾਂ ਭੰਬਲ ਭੂਸਾ ਜ਼ਿਆਦਾ ਪਿਆ ਹੈਗਾ ਰਾਤ ਨੂੰ। ਹਾਂਜੀ, ਬੇਲੋੜੀ ਸਟੇਟਮੈਂਟ ਸੀ। ਹਾਂ, ਆਈ ਥਿੰਕ ਇਟ ਵਾਸ ਅਵੋਇਡੇਬਲ। ਤੁਹਾਡਾ ਕਿਆ ਤੁਹਾਨੂੰ ਲੱਗ ਰਿਹਾ ਕਿ ਇਹਦੇ ਮਗਰ ਕਿਸੇ ਬਿਆਨ ਦੇਣ ਦੇ ਵਿੱਚ ਕਿਸੇ ਦਾ ਕੁਝ? ਦੇਖੋ ਮੈਂ ਕਿਉਂਕਿ ਦੇਖੋ ਇਹ ਸਿੰਘ ਸਾਹਿਬ ਦੇ ਨਾਲ ਸੰਬੰਧਿਤ ਹੈ, ਮੈਂ ਜੇ ਉਹਨਾਂ ਤੇ ਸਿੱਧਾ ਕਿੰਤੂ ਪਰੰਤੂ ਕਰਨਾ ਵੀ ਉਹ ਕਿਸੇ ਦੇ ਕਹੇ ਤੋਂ ਕਰਨੇ ਉਚਿਤ ਨਹੀਂ ਹੋਏਗਾ। ਇਹ ਤਾਂ ਉਹ ਦੱਸ ਸਕਦੇ ਨੇ ਵੀ ਉਹ ਕੀ ਸੋਚੀ ਉਹਨਾਂ ਨੇ ਬਿਆਨ ਦਿੱਤਾ। ਮਤਲਬ ਇਹੋ ਜਿਹੀ ਗੱਲ ਤਾਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕੋਈ ਇਹੋ ਜਿਹੀ ਹੱਕਾਂ ਦੇ ਕੋਲ ਨਾਲ ਹੀ ਬੈਠੇ ਸੀ? ਦੇਖੋ ਮੈਂ ਇਸ ਤੇ ਨਾ ਤਾਂ ਇਹ ਤੇ ਹਾਂ ਕਹਿ ਸਕਦਾ, ਨਾ ਇਹ ਤੇ ਨਾ ਕਹਿ ਸਕਦਾ। ਇਹ ਤਾਂ ਸਿੰਘ ਸਾਹਿਬ ਦੱਸ ਸਕਦੇ ਨੇ ਵੀ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਨਹੀਂ ਕਿਹਾ ਬਿਆਨ ਦੇ। ਮੈਂ ਤਾਂ ਉਹਤੇ ਟਿੱਪਣੀ ਤੇ ਨਾ ਹੀ ਮੈਂ ਸਿੰਘ ਸਾਹਿਬ ਤੇ ਕੋਈ ਸ਼ੰਕੇ ਖੜੇ ਕਰਨਾ ਚਾਹੁੰਦਾ। ਸਾਡੇ ਸਿਰਮੌਰ ਜਥੇਬੰਦੀ ਸੰਸਥਾ ਹੈ, ਉਹਦੇ ਮੁਖੀ ਨੇ ਉਹ। ਸਾਡਾ ਉਹਨਾਂ ਦਾ ਸਤਿਕਾਰ ਕਰਨਾ ਸਾਡੀ ਡਿਊਟੀ ਬਣਦੀ ਹੈ ਤੇ ਪਰ ਜਿਹੜੀ ਗੱਲ ਸਾਡੀ ਭਾਵਨਾ ਉਹ ਵੀ ਵਿਅਕਤ ਅਸੀਂ ਕਰੀਏ। ਉਹਨਾਂ ਨੇ ਬਾਦਲ ਅਕਾਲੀ ਦਲ ਨੇ ਉਹਦੇ ਵਿੱਚ ਲਈ ਹੈ ਜਿਹੜੀ ਉਹਨਾਂ ਨੇ ਬਣਾਈ ਆਰਗੇਨਾਈਜੇਸ਼ਨ ਜੋ ਜਿਹੜੇ ਤੁਹਾਡੇ ਨਾਲ ਆ ਚੁੱਕੇ ਸੀ ਉਹਨਾਂ ਦਾ ਨਹੀਂ ਬਣਨਾ, ਜਿਹੜੇ ਤੁਹਾਨੂੰ ਸਪੋਰਟ ਕਰ ਚੁੱਕੇ, ਜਿਹੜੀ ਉਹਨਾਂ ਨੇ ਕੱਲ੍ਹ ਅਨਾਉਂਸ ਕੀਤੀ ਹੈ ਉਹਦੇ ਤਾਂ ਕੋਈ ਹੈ ਨਹੀਂ, ਉਹਨਾਂ 'ਚੋਂ ਤਾਂ ਕੀ ਲੈਣਾ। ਦੇਖੋ ਗੱਲ ਇਹ ਹੈ ਮੈਨੂੰ ਤਾਂ ਕੋਈ ਜਿਹੜੀ ਉਹਨਾਂ ਨੇ ਜਥੇ ਬਣਾਈ ਹੈ ਦੁਬਾਰੇ ਉਹ 'ਚ ਕੋਈ ਨਵੀਂ ਚੀਜ਼ ਤਾਂ ਦਿਖੀ ਨਹੀਂ। ਸੇਮ ਓਲਡ ਵਾਈਨ ਐਂਡ ਨਿਊ ਬੋਟਲ। ਨਾ ਹੀ ਕੋਰ ਕਮੇਟੀ ਦੇ ਵਿੱਚ ਕੋਈ ਪ੍ਰੋਪਰ ਯੂਥ ਦੀ ਰਿਪਰੈਜ਼ੈਂਟੇਸ਼ਨ ਹੈ, ਨਾ ਹੀ ਬੈਕਵਰਡ ਕਲਾਸਿਸ ਦੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਹੈ, ਨਾ ਹੀ ਸ਼ਡਿਊਲ ਕਾਸਟ ਦੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਹੈ। ਤੇ ਇਸ ਕਰਕੇ ਇਹ ਜਿਹੜੀ ਹੈਗੀ ਹੈ ਨਾ ਹੀ ਹਿੰਦੂਜ਼ ਦੀ ਜਿਹੜੇ ਕੋਈ ਪ੍ਰੋਪਰ ਰਿਪਰੈਜ਼ੈਂਟੇਸ਼ਨ ਹੈ। ਇੱਕ ਵੀ ਬੰਦਾ ਕੋਰ ਕਮੇਟੀ 'ਚ ਨਹੀਂ ਹੈ। ਮਿਨੋਰਟੀ 40% ਪੋਪੂਲੇਸ਼ਨ ਹੈ। ਸੋ ਇਹ ਹਾਂ ਹੁਸ਼ਿਆਰਪੁਰ ਦਾ ਤਾਂ ਦੇਖੋ ਬਹੁਤ ਜਗ੍ਹਾ ਨੇ। ਡਿਸਟ੍ਰਿਕਟ ਦਾ ਤੁਸੀਂ ਛੱਡੋ, ਮੈਂ ਇਹ ਵੀ ਨਹੀਂ ਕਹਿੰਦਾ ਡਿਸਟ੍ਰਿਕਟ ਦੀ ਗੱਲ, ਪਰ ਗੱਲ ਇਹ ਵੀ ਜਿੱਥੇ ਅਸੀਂ ਬੈਠ ਕੇ ਡਿਸੀਜਨਸ ਲੈਣੀਆਂ ਨੇ ਉੱਥੇ ਜਿਹੜੀਆਂ ਮੇਨ ਸਾਡੀਆਂ ਕਮਿਊਨਿਟੀਜ਼ ਨੇ ਉਹਨਾਂ ਦੀ ਨੁਮਾਇੰਦਗੀ, ਕਿਉਂਕਿ ਉਹ ਭਾਵਨਾ ਹਰ ਵਰਗ ਦੀ ਆਪਦੇ ਵਰਗ ਦੀ ਤੱਕ ਬੰਦਾ ਗੱਲ ਕਰ ਸਕੇ ਨਾ। ਉੱਥੇ ਡਿਸੀਜਨ ਲੈਣੀ ਆ ਪਾਰਟੀ ਨੇ ਲੈਣੀ ਆ। ਸੋ ਉਹ ਕੋਈ ਇਹੀ ਜਿਹੀ ਗੱਲ ਨਹੀਂ ਕਰ ਸਕੇ ਜਿਹਦੇ ਨਾਲ ਲੋਕ ਸਭਾ ਉਤਸ਼ਾਹਿਤ ਹੋਣ। ਮੈਂ ਸਮਝਦਾ ਜਿਹੜੀ ਉਹਨਾਂ ਨੇ ਬਣਾਈ ਇਹਦੇ ਨਾਲ ਤਾਂ ਕਾਡਰ ਦੇ ਵਿੱਚ ਨਿਰਾਸ਼ਤਾ ਤੇ ਲੋਕਾਂ ਦੇ ਵਿੱਚ ਵੀ ਜਿਹੜਾ ਵਿਸ਼ਵਾਸ ਘਟੂਗਾ ਵਧੂਗਾ। ਤੁਸੀਂ ਇਹ ਸਭ ਕਰੋਗੇ ਜੋ ਉਹਨਾਂ ਦੇ ਅਲੈਕਸਸ ਹੈਗੇ ਆ, ਤੁਸੀਂ ਸਾਰਿਆਂ ਨੂੰ ਰਿਪਰੈਜ਼ੈਂਟੇਸ਼ਨ ਦਿਓਗੇ ਆਪਣੀ? ਹਾਂ ਦੇਖੋ ਅਸੀਂ ਜਦ ਵੀ ਸੈਟਅਪ ਹੋਊਗਾ ਜਿਹੜੀ ਹੈ ਇਕੁਅਲ ਰਿਪਰੈਜ਼ੈਂਟੇਸ਼ਨ ਮੈਂ ਸਮਝਦਾ ਸਾਰਿਆਂ ਨੂੰ ਇਹ ਬਣਦੀ ਵੀ ਹੈ ਤੇ ਦਿੱਤੀ ਵੀ ਜਾਊਗੀ। ਇਲੈਕਸ਼ਨਸ ਤੱਕ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਇੰਨਾ ਕੁ ਟਾਈਮ ਹੋ ਜਾਏਗਾ ਕਿ ਯੂ ਕੈਨ ਫਾਈਟ ਦਾ ਇਲੈਕਸ਼ਨ ਇੰਡੀਪੈਂਡੈਂਟਲੀ? ਨਹੀਂ, ਇੰਡੀਪੈਂਡੈਂਟ ਲੜਨੀ ਹੈ ਕਿਵੇਂ ਲੜਨੀ ਹੈ ਉਹ ਤਾਂ ਇਟ ਇਜ਼ ਟੂ ਅਰਲੀ ਟੂ ਸੇ, ਸਟਿਲ 1.5 year ਟੂ ਗੋ। ਬਟ ਅਸੀਂ ਜ਼ਰੂਰ ਸਾਡੀ ਏਮ ਕੀ ਹੈ ਕਿ ਪੰਜਾਬ ਦੇ ਵਿੱਚ ਇੱਕ ਦੋਨੋਂ ਜੋ ਐਗਜ਼ਿਸਟਿੰਗ ਚਾਹੇ ਅਕਾਲੀ
ਬਾਦਲ ਦਲ ਤੇ ਭਾਜਪਾ ਹੈ ਚਾਹੇ ਕਾਂਗਰਸ ਹੈ, ਇਹ ਦੋਨੋਂ ਕੰਬੀਨੇਸ਼ਨ ਤੋਂ ਲੋਕ ਦੁਖੀ ਨੇ। ਲੋਕ ਚੇਂਜ ਭਾਲਦੇ ਹੈ, ਪਰ ਉਹਨਾਂ ਨੂੰ ਇੱਕ ਵਾਇਬਲ ਆਲਟਰਨੇਟਿਵ ਜਿਹਦੇ ਤੇ ਲੋਕਾਂ ਦਾ ਵਿਸ਼ਵਾਸ ਬਣ ਸਕੇ ਉਹ ਬਣਾਉਣ ਦੀ ਲੋੜ ਹੈ। ਪਹਿਲਾਂ ਅਸੀਂ ਜਿਹੜਾ ਹੈ ਆਪਦਾ ਸੰਗਠਨ ਨੂੰ ਮਜ਼ਬੂਤ ਕਰਾਂਗੇ, ਸਾਰਿਆਂ ਨੂੰ ਜਿਹੜਾ ਹੈ ਇਸ ਨੂੰ ਵੱਡਾ ਕਰਾਂਗੇ, ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਹੈ ਕੀ ਪੰਜਾਬ ਦੇ ਸਮੀਕਰਨ ਬਣਦੇ ਆ, ਕੀ ਪੰਜਾਬ ਦੇ ਵਾਸਤੇ ਲਈ ਅਸੀਂ ਕਰ ਸਕਦੇ ਹਾਂ, ਪੰਜਾਬ ਦੇ ਚੰਗੇ ਬਿਹਤਰ ਭਵਿੱਖ ਵਾਸਤੇ, ਉਹ ਅਸੀਂ ਜ਼ਰੂਰ ਕਰਾਂਗੇ। ਢੀਂਡਸਾ ਸਾਹਿਬ, ਤੁਹਾਨੂੰ ਲੱਗਦਾ ਕਿ ਇਹਨਾਂ ਦਾ ਕਾਂਗਰਸ ਔਰ ਇਹਨਾਂ ਦਾ ਬੀਜੇਪੀ ਵਗੈਰਾ ਦਾ ਮਤਲਬ ਤੁਸੀਂ ਇਕੱਲੇ ਮੁਕਾਬਲਾ ਕਰ ਸਕੋਗੇ ਜੀ? ਦੇਖੋ, ਪਹਿਲੀ ਗੱਲ ਤਾਂ ਬੀਜੇਪੀ ਦਾ ਤਾਂ ਪਤਾ ਨਹੀਂ ਹਜੇ ਬੀਜੇਪੀ ਨੇ ਕੀ ਫੈਸਲਾ ਕਰਨਾ ਹੈ। ਕਾਂਗਰਸ ਤੇ ਜਿਹੜਾ ਬਾਦਲ ਦਲ ਹੈ ਇਹ ਲੋਕਾਂ ਦੇ ਵਿੱਚੋਂ ਆਪਦਾ ਵਿਸ਼ਵਾਸ ਗਵਾ ਚੁੱਕੇ ਦੋਨੇ। ਇਹਦੇ ਨਾਲ ਮਾਈਂਡ ਹੀ ਹੈ ਨਾ ਭਾਈਵਾਲ ਸਰ, ਪਾਰਟੀ ਹੈ, ਬੀਜੇਪੀ ਨਹੀਂ, ਅਜੇ ਤੱਕ ਤਾਂ ਸਟੈਂਡ ਕਰ ਰਹੀ ਹੈ। ਅੱਜ ਹੈਗੀ ਹੈ, ਕੱਲ ਨੂੰ ਕੀ Center ਪਤਾ। ਵਿੱਚ ਉਹਨਾਂ ਦੀ ਭਾਈਵਾਲੀ ਦੇਖੋ, ਉਹ ਆ, ਤਾਂ ਉਹਨੂੰ ਆਪਾਂ ਅੱਗੇ ਨਹੀਂ ਕਰ ਸਕਦੇ ਅੱਜ ਤੱਕ। ਨਹੀਂ, ਮੈਂ ਕਿਹੜਾ ਵੱਖਰਾ ਕਹਿਣਾਗਾ। ਮੈਂ ਕਹਿਣਾ ਵੀ ਹੁਣ ਤੱਕ ਦੀ ਜੋ ਕਾਰਜਕਾਰੀ ਉਹ ਤਾਂ ਲੋਕ ਨਹੀਂ, ਪਰ ਬੀਜੇਪੀ ਨੂੰ ਵੀ ਨਾਲ ਲੈਣੀ ਹੈ ਕਿ ਇਕੱਲਾ ਅਕਾਲੀ ਦਲ ਕਾਂਗਰਸ ਦੀ ਗੱਲ ਕਰਦੇ ਹਾਂ ਜੇ ਉਹਨਾਂ ਨੂੰ ਇੰਡੀਵਿਜੂਅਲ ਪਾਰਟੀਆਂ ਦੀ ਗੱਲ ਮੈਂ ਕਰ ਦਾਂਗਾ। ਕਾਂਗਰਸ ਤੇ ਬਾਦਲ ਦਲ ਨੂੰ ਛੱਡ ਕੇ ਅਸੀਂ ਪੰਜਾਬ ਦੇ ਭਲੇ ਲਈ ਕਿਸੇ ਨਾਲ ਵੀ ਸਮਝੌਤਾ ਕਰ ਸਕਦੇ। ਬੀਜੇਪੀ ਨੂੰ ਬਾਹਰ ਰੱਖਦੇ ਹਾਂ। ਢੀਂਡਸਾ ਸਾਹਿਬ, ਜੇ ਉਹ ਸੈਪਰੇਟ ਜਿਹੜੀ ਐਂਟੀਟੀ ਹੈ, ਕੱਲ੍ਹ ਨੂੰ ਜੇ ਬਾਦਲ ਦਲ ਨਾਲ ਰਹਿੰਦੇ ਨੇ ਤਾਂ ਫਿਰ ਆਪਣੇ ਆਪ ਹੀ ਉਹ ਬਾਹਰ ਹੋ ਜਾਣਗੇ। ਪਰ ਸਾਡਾ ਜਿਹੜਾ ਮੇਨ ਹੈ ਦੋ ਧਿਰਾਂ ਨਾਲ ਸਾਡੀ ਨਹੀਂ ਸਰ, ਇਹਦੇ ਨਾਲ ਹੀ ਜੁੜਿਆ ਸਵਾਲ ਹੈ, ਜੇ ਬੀਜੇਪੀ ਉਹਨਾਂ ਨਾਲੋਂ ਨਾਤਾ ਤੋੜਦੀ ਆ ਤੇ ਕਿਆ ਤੁਸੀਂ ਇੰਟਰਸਟਡ ਹੋ ਬੀਜੇਪੀ ਨਾਲ ਗੱਠਜੋੜ ਕਰਨ ਦੇ, ਜੇ ਇਦਾਂ ਦੇ ਹਾਲਾਤ ਬਣਦੇ ਆ? ਦੇਖੋ, ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈ, ਕਿਉਂ ਨਹੀਂ ਹੋ ਸਕਦਾ। ਜੇ ਉਹ ਤੋੜਦੇ ਹੈ ਤਾਂ ਦੇਖੋ, ਮੇਰੇ ਹੀ ਸਾਨੂੰ ਮੈਂ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਹੈ ਵੀ ਪਹਿਲੀ ਗੱਲ ਸਿਧਾਂਤਾਂ ਨਾਲ ਕੰਪਰੋਮਾਈਜ਼ ਨਾ ਹੋਵੇ। ਅਸੀਂ ਆਪਦੇ ਜੋ ਸਾਡਾ, ਜਿਵੇਂ ਤੁਹਾਨੂੰ ਮੈਂ ਸਿਧਾਂਤਾਂ ਦੀ ਗੱਲ ਕੀਤੀ ਹੈ ਵੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਆਈਡੀਓਲੋਜੀ ਹੈ ਉਹ 'ਤੇ ਰਹਿ ਕੇ ਜਿਹੜਾ ਸਾਡਾ ਉਸ ਕੋਰ ਆਈਡੀਓਲੋਜੀ ਨੂੰ ਮੰਨ ਕੇ ਸਾਡੇ ਨਾਲ ਚੱਲਣ ਨੂੰ ਤਿਆਰ ਹੋਏਗਾ, ਅਸੀਂ ਹਰ ਕਿਸੇ ਵਾਸਤੇ ਨਾਲ ਚੱਲਣ ਨੂੰ ਤਿਆਰ ਹੈ। ਤੇ ਕਾਂਗਰਸ ਨਾਲ ਤਾਂ ਸਾਡੀ ਮੇਲ ਹੋ ਹੀ ਨਹੀਂ ਸਕਦੀ। ਸਾਰੀ ਗੱਲ ਹੈ ਨਾ, ਤੁਸੀਂ ਬੀਜੇਪੀ ਇਸ ਤਰ੍ਹਾਂ ਓਪਨ ਨਹੀਂ ਕਰ ਸਕਦੀ। ਇੱਕ ਪਾਸੇ ਤਾਂ ਆਪਾਂ ਸੈਂਟਰ ਦੀਆਂ ਪਾਲਿਸੀਜ਼ ਨੂੰ ਮੇਨ ਅਸੀਂ ਕਰ ਰਹੇ ਹਾਂ ਨਾ, ਕਿ ਚਾਹੇ ਜੋ ਵੀ ਨਹੀਂ, ਦੇਖੋ ਮੇਰੀ ਗੱਲ ਸੁਣੋ ਕਿ ਕਿਸੇ ਇੱਕ ਡਿਸੀਜਨ ਨੂੰ, ਇਸ ਪਾਲਿਸੀ ਨੂੰ ਕ੍ਰਿਟਿਸਾਈਜ਼ ਕਰਨ ਨਾਲ ਕੋਈ ਤੁਸੀਂ ਜਿਹੜਾ ਹੈ ਆਪਦੀ ਇਹ ਥੋੜ੍ਹਾ ਵੀ ਜੇ ਕਿਸੇ ਦੇ ਨਾਲ ਹੋ ਤੁਸੀਂ ਕ੍ਰਿਟਿਸਾਈਜ਼ ਨਹੀਂ ਕਰ ਸਕਦੇ। ਨਹੀਂ, ਪਰ ਇਹ ਵੀ ਤਾਂ ਹੈ ਨਾ ਕਿ ਜਿਹੜੇ ਜਿਨ੍ਹਾਂ ਨੇ ਐਡੇ ਵੱਡੀਆਂ ਹੁਣ ਉਹਨਾਂ ਦੇ ਲੈ ਲਈਆਂ, ਜਿਹੜੀਆਂ ਆਪਾਂ ਕਹਿ ਸਕਦੇ ਐਂਟੀ ਮਾਈਨੋਰਿਟੀਜ਼, ਉਹਨਾਂ ਨੇ ਸਟੈਂਡ ਲਏ ਹੈ, ਅਸੀਂ ਉਹਨਾਂ ਨੂੰ ਤਾਂ ਕ੍ਰਿਟਿਸਾਈਜ਼ ਕਰ ਹੀ ਰਹੇ ਹਾਂ। ਬਿਲਕੁਲ, ਸਾਰੇ ਸਟੈਂਡ ਨੂੰ ਕ੍ਰਿਟਿਸਾਈਜ਼ ਕਰ ਰਹੇ ਹਾਂ। ਨੋ, ਵੀ ਆਰ and how you can shake hands with such a party? ਨਹੀਂ, it is too early to say that we are shaking hands or we are doing it। ਹਜੇ ਤਾਂ ਉਹ ਅਕਾਲੀ ਦਲ ਨਾਲ ਨੇ। ਅਸੀਂ ਤਾਂ ਹਜੇ ਕਿਹਾ ਵੀ ਸਾਡਾ ਦੇਖੋ ਇਨ ਫਿਊਚਰ what is going to happen I don't know। ਕੋਈ ਵੀ ਨਹੀਂ ਕਹਿ ਸਕਦਾ, ਕੋਈ ਵੀ ਨਹੀਂ ਕੁਝ ਕਹਿ ਸਕਦਾ। ਨਹੀਂ, ਉਹ ਬਿਲਕੁਲ ਠੀਕ ਹੈ, ਟਾਈਮ ਆਉਣ 'ਤੇ ਸਾਰਾ ਕੁਝ ਹੋਊਗਾ। ਬਟ ਮੇਰਾ ਕਹਿਣ ਦਾ ਮਤਲਬ ਹੈ ਵੀ ਇਹਨਾਂ ਦੋ ਧਿਰਾਂ ਨਾਲ ਤਾਂ ਸਾਡਾ ਕੋਈ ਸਮਝੌਤਾ ਕਰਨ ਦਾ ਮਤਲਬ ਹੀ ਨਹੀਂ ਹੈ। ਤੇ ਬੀਜੇਪੀ ਨੇ ਜਿਹੜੇ ਡਿਸੀਜਨ ਲਿਆ 370 ਦਾ, ਉਹਦੇ ਤੁਸੀਂ ਬਿਲਕੁਲ ਅਗੇਂਸਟ ਆ। ਅੱਗੇ ਅਸੀਂ ਅਕਾਲੀ ਦਲ ਦੇ ਮੂਲ ਸਿਧਾਂਤ ਦੇ ਤਾਂ ਮਤਲਬ ਨਹੀਂ, ਅਸੀਂ ਮੇਰੀ ਗੱਲ ਸੁਣ ਲਓ, ਜਿਸ ਦਿਨ ਡਿਸੀਜਨ ਹੋਇਆ ਇਹ, ਮੈਂ ਉਦੋਂ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ ਸੀ ਵਿਧਾਨ ਸਭਾ ਦੇ ਵਿੱਚ। ਸਾਡੀ ਅਕਾਲੀ ਦਲ ਦੀ ਡਿਸਕਸ਼ਨ ਹੋਈ, ਮੈਂ ਉੱਥੇ ਵੀ ਵਿਰੋਧ ਕੀਤਾ। ਤੁਸੀਂ ਕੋਈ ਉੱਥੇ ਜਿਹੜੇ ਐਗਜ਼ਿਸਟਿੰਗ ਐਮਐਲਏ ਨੇ ਪੁੱਛ ਸਕਦੇ ਕਿਸੇ ਨੂੰ, ਉਹ ਕਹਿੰਦੇ ਜੀ ਬੋਲਣਾ। ਮੈਂ ਕਿਹਾ ਆਈ ਐਮ ਨਾਟ ਐਗਰੀਏਬਲ ਦਿਸ, ਇਹ ਗਲਤ ਹੈ, ਇਹ ਸਾਡੀ ਆਈਡੀਓਲੋਜੀ ਦੇ ਉਲਟਾ ਹੈ। ਮੈਂ ਤਾਂ ਹੋਰ ਕੋਈ ਕਰੇ ਨਾ, ਮੈਂ ਇਹਦਾ ਸਮਰਥਨ ਨਹੀਂ ਕਰ ਸਕਦਾ। ਸੋ ਵੀ ਆਰ ਵੈਰੀ ਕਲੀਅਰ, ਸਾਡੇ ਵਾਸਤੇ ਸਾਡੀ ਜੋ ਆਈਡੀਓਲੋਜੀ ਹੈ ਦੈਟ ਇਜ਼ ਫਸਟ, ਦੈਨ ਵੀ ਕੈਨ ਮੂਵ ਔਨ। ਜੇ ਸਾਡੀ ਕੋਈ ਉਹ ਇਸ਼ੂਜ਼ ਨੇ ਜਿਹੜੇ ਕੋਈ ਵੀ ਐਕਸੈਪਟ ਕਰਦਾ, ਕੱਲ੍ਹ ਨੂੰ ਸਿਚੁਏਸ਼ਨ ਚੇਂਜ ਹੁੰਦੀ ਹੈ, ਕੋਈ ਵੀ ਕਹੇ ਵੀ ਹਾਂ ਅਸੀਂ ਇਹ ਗੱਲਾਂ ਮੰਨਣ ਨੂੰ ਤਿਆਰ ਹਾਂ। ਇੱਕ ਪ੍ਰਸ਼ਨ ਜਿਹੜੇ ਹੁਣ ਇਹਨਾਂ ਰੀਸੈਂਟਲੀ ਇਹਨਾਂ ਨੂੰ ਐਗਰੀਕਲਚਰ ਨੂੰ ਲੈ ਕੇ ਇਹਨਾਂ ਨੇ ਕੀਤੇ ਆਰਡੀਨੈਂਸ ਜਾਂ ਹੋਰ ਚੀਜ਼ਾਂ, ਉਹਨਾਂ ਬਾਰੇ ਤੁਹਾਡਾ ਕੀ ਸਟੈਂਡ ਹੈ? I feel they are not good for ਪੰਜਾਬ ਫਾਰਮਰ। ਪੰਜਾਬ ਫਾਰਮਰ ਦੇ ਇੰਟਰਸਟ ਦੇ ਅਗੇਂਸਟ ਨੇ। ਉਹ ਦੂਜੇ ਸੂਬਿਆਂ ਵਾਸਤੇ ਫਾਇਦੇਮੰਦ ਹੋ ਸਕਦੇ ਜਿੱਥੇ ਇਨਫਰਾਸਟ੍ਰਕਚਰ ਨਹੀਂ ਹੈ, ਪਰ ਪੰਜਾਬ ਦੇ ਫਾਰਮਰ ਲਈ ਇੱਕ ਤਾਂ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਉਹ MSP ਨੂੰ ਖਤਮ ਕਰਨ ਵੱਲ ਜਾ ਸਕਦੀ ਹੈ। ਦੂਜਾ, ਪੰਜਾਬ ਗਵਰਨਮੈਂਟ ਦੇ ਜਿਹੜੇ ਰਿਸੋਰਸਿਸ ਨੇ ਉਹ ਵੀ ਇਫੈਕਟ ਹੋਣਗੇ ਇਸ ਡਿਸੀਜਨ ਦੇ ਨਾਲ। ਤੇ ਐਂਡ ਸੈਕੰਡਲੀ, ਇਹ ਜਿਹੜਾ ਹੈ ਸਾਡੀ ਜੋ ਸਟੇਟਸ ਦੀ ਡਿਸੀਜਨ ਮੇਕਿੰਗ ਪਾਵਰ ਹੈਗੀ ਹੈ, ਉਹਦੇ 'ਤੇ ਵੀ ਇਹਨਾਂ ਦਾ ਕਿਤੇ ਨਾ ਕਿਤੇ ਇਨਫਰਿੰਜਮੈਂਟ ਹੈ। ਬਿਕੋਜ਼ ਅਲਟੀਮੇਟਲੀ ਦ ਸਟੇਟ ਸ਼ੁੱਡ ਡਿਸਾਈਡ
ਵੀ ਪ੍ਰਾਈਵੇਟ ਜਿਹੜਾ ਇਹ ਮੰਡੀਕਰਨ ਹੈ ਇਹਦੇ ਵਿੱਚ ਪ੍ਰਾਈਵੇਟ ਸੈਕਟਰ ਹੋਵੇ ਕਿ ਨਾ ਹੋਵੇ, ਕੀਪਿੰਗ ਇਨ ਵਿਊ देयर ਓਨ ਇੰਟਰਸਟ। ਕੰਕਰੈਂਟ ਲਿਸਟ ਵਿੱਚ ਆਉਂਦੇ ਆ ਇਨਫ੍ਰਿੰਜਮੈਂਟ ਤਾਂ ਹੋਣੀ ਹੈ ਜਿਹੜੇ ਨਹੀਂ ਕੰਕਰੈਂਟ ਦੇ ਵਿੱਚ ਦੇ ਕੁਡ ਹੈਵ ਗਿਵਨ, ਜਿਵੇਂ ਹੋਰ ਨਾ ਦੇ ਕੁਡ ਹੈਵ ਮੇਡ ਅ ਡਰਾਫਟ and circulated to the states to adopt the draft as per their needs. ਜਿਹੜੀ state adopt ਕਰਨਾ ਚਾਹੁੰਦੀ ਕਰ ਲੈਂਦੀ, ਨਹੀਂ ਕਰਨਾ ਚਾਹੁੰਦੀ ਨਾ ਕਰਦੀ। you should force them on the states. ਜੇ ਕਿਸੇ state ਜਿਵੇਂ ਹੁਣ ਬਿਹਾਰ ਯੂਪੀ ਹੈ ਉੱਥੇ infrastructure ਨਹੀਂ ਹੈ, maybe they are happy to adopt it because ਉਹਦੇ ਨਾਲ infrastructure create ਹੋ ਜਾਏਗਾ ਉਹਨਾਂ ਸੂਬਿਆਂ 'ਚ। ਮੱਧ ਪ੍ਰਦੇਸ਼ ਹੋਰ ਸੂਬੇ ਨੇ ਤੇ ਜਿਹੜੇ ਕਰਨਾ ਚਾਹੁੰਦੇ ਨੇ ਅਡਾਪਟ ਕਰ, ਪਰ ਉਹਨੂੰ ਫੋਰਸਫੁਲੀ ਸਾਰੇ ਸਟੇਟਸ ਨੂੰ ਲਾਗੂ ਕਰਨ ਲਈ ਜਿਹੜਾ ਹੈ ਨਾ ਇਹ ਕੀਤਾ ਜਾਵੇ। ਤੇ MSP ਦੇ ਉੱਤੇ ਦੇ ਸ਼ੁੱਡ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਨੇ ਫੀਅਰਸ ਹੈਗੇ ਨੇ ਵੀ MSP ਖਤਮ ਹੋ ਗਈ, ਦੇ ਸ਼ੁੱਡ ਕਲੀਅਰ ਕੱਟ ਐਡਰੈਸ ਦੋਸ ਇਸ਼ੂਜ਼। ਨਹੀਂ ਬਿਲਕੁਲ, ਅਸੀਂ ਮੈਂ ਸਮਝਦਾ ਅਸੀਂ ਮੈਮੋਰੈਂਡਮ ਵੀ ਦੇ ਕੇ ਆਏ ਹਾਂ ਪਰਸੋਂ ਡਿਪਟੀ ਕਮਿਸ਼ਨਰਸ ਨੂੰ ਸਾਡੇ ਸੰਗਰੂਰ ਤੇ ਬਰਨਾਲੇ। ਉੱਥੇ ਹੀ ਕਿਹਾ ਵੀ ਪਹਿਲੀ ਗੱਲ ਤਾਂ ਇਹਨਾਂ ਆਰਡੀਨੈਂਸ ਨੂੰ ਰਿਪੀਲ ਕੀਤਾ ਜਾਵੇ, ਨਹੀਂ ਵਿਡਰਾਅ ਕੀਤਾ ਜਾਵੇ, ਜਾਂ ਫਿਰ ਜਿਹੜਾ ਹੈ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਨਾਲ ਸਟੇਟ ਗਵਰਨਮੈਂਟਸ ਨਾਲ ਡਿਸਕਸ਼ਨ ਕਰਕੇ ਜੋ ਅਮੈਂਡਮੈਂਟਸ ਕਰਨ ਦੀ ਲੋੜ ਹੈ ਉਹ ਅਮੈਂਡਮੈਂਟਸ ਕੀਤੀਆਂ ਜਾਣ। ਅਸੀਂ ਕੋਈ ਜਿਹੜੀ ਹੈ ਰਿਫਾਰਮਸ ਦੇ ਅਗੇਂਸਟ ਨਹੀਂ ਹੈਗੇ, ਬਟ ਇਫ ਦੋਜ਼ ਰਿਫਾਰਮਸ ਹਾਰਮ ਦ ਇੰਟਰਸਟ ਆਫ ਆਰ ਫਾਰਮ ਕਮਿਊਨਿਟੀ ਤਾਂ ਦੈਨ ਵੀ ਆਰ ਨਾਟ ਟੋਟਲੀ ਅਗੇਂਸਟ ਦੋਜ਼। ਗਠਬੰਧਨ ਐਜ਼ ਇਟ ਇਜ਼ ਇਕੱਠੇ ਰਹਿੰਦੇ ਹੈ, ਕਾਂਗਰਸ ਹੈ। ਦੇਖੋ ਮੈਂ ਤਾਂ ਤੁਹਾਨੂੰ ਕਹਿਤਾ ਵੀ ਕਿਸੇ ਨਾਲ ਵੀ ਆਉਣ ਵਾਲੇ ਸਮੇਂ 'ਚ ਵੀ ਆਰ ਓਪਨ। ਅੱਜ ਕਹਿਣਾ ਅੱਜ ਕਰ ਹੋ ਸਕਦਾ ਇਕੱਲੇ ਵੀ ਲੜਦੀ ਹੈ, ਇਹ ਜ਼ਰੂਰੀ ਨਹੀਂ ਅਸੀਂ ਕਰਨੀ ਹੈ ਵੀ ਯਾਰ BJP ਨਾਲ ਕਰਨਾ। ਦੀਜ਼ ਆਰ ਆਈ ਐਮ ਸੇਇੰਗ ਦੈਟ ਆਈ ਡੋਂਟ ਰੂਲ ਆਊਟ ਐਨੀਥਿੰਗ। ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈ ਵੀ ਆਈ ਡੋਂਟ ਰੂਲ ਆਊਟ ਐਨੀਥਿੰਗ। ਪੋਲੀਟਿਕਸ ਇਜ਼ ਐਨੀਥਿੰਗ ਇਜ਼ ਪੋਸੀਬਲ ਇਨ ਪੋਲੀਟਿਕਸ, ਤੁਹਾਨੂੰ ਵੀ ਪਤਾ ਹੈਗਾ। ਸੋ ਬਟ keeping in view the interests of our state and the core ideology of Akali Dal, we will take the decisions whichever are good for us. ਸਰ ਕੁਐਸਚਨ, ਜੇਕਰ ਤੁਹਾਡੀ ਕਿਸੇ ਨਾਲ ਅਲਾਈਅੰਸ ਨਹੀਂ ਹੁੰਦਾ, ਕਿਸੇ ਨੂੰ ਵੀ ਅਲਾਈਅੰਸ ਨਹੀਂ ਹੁੰਦਾ, ਤੁਸੀਂ ਸਾਰੀਆਂ ਸੀਟਾਂ ਦੇ 117 ਦੇ ਇਲੈਕਸ਼ਨ ਲੜੋਗੇ? ਹੋ ਸਕਦਾ ਲੜਨੀ ਅੱਜ ਦੇਖੋ ਮੈਂ ਤੁਹਾਨੂੰ ਕਹਿਣਾ ਵੀ ਅੱਜ ਕਹਿ ਦਈਏ ਵੀ ਅਸੀਂ 117 ਤੇ ਲੜਾਂਗੇ, ਇਹ ਟੂ ਪ੍ਰੀਮੈਚੁਰ ਹੈ। 1.5 ਸਾਲ ਦੀ ਹਜੇ ਸਮਾਂ ਹੈ। ਅਸੀਂ ਮੌਕੇ ਦੇ ਉੱਤੇ ਜੋ ਹਾਲਾਤ ਹੋਣਗੇ ਉਹਨਾਂ ਨੂੰ ਦੇਖ ਕੇ ਜੋ ਵੀ ਮੌਕੇ 'ਤੇ ਫੈਸਲੇ ਕਰਨ ਦੀ ਹੋਏ ਉਹ ਕਰਾਂਗੇ। ਇਹਦਾ ਕੋਈ ਫਾਇਦਾ ਹੋਣਾ ਜਿਸ ਤਰ੍ਹਾਂ ਖਾਲੀ ਹੋਇਆ ਜਾਂ ਜਿਸ ਤਰ੍ਹਾਂ ਇਹਨਾਂ ਦੇ ਨਹੀਂ, ਬਟ ਦੇਖੋ ਇਹਨਾਂ ਨੇ ਆਸਟੈਰਿਟੀ ਮੈਜਰਸ ਜੋ ਲਏ ਨੇ, ਇਹ ਇਜ਼ ਜਸਟ ਲਿਪ ਸਰਵਿਸ। ਦੇ ਹੈਵ ਨਾਟ ਡਰਾਨ ਅ ਕੰਕਰੀਟ ਰੋਡ ਮੈਪ ਵੀ ਕਿੱਥੇ ਕਿੱਥੇ ਕਾਸਟ ਕਟਿੰਗ ਕਰਨੀ ਹੈ। ਮਤਲਬ ਇਹ ਆਈਡੈਂਟੀਫਾਈ ਤਾਂ ਕਰਨਾ ਵੀ ਇੱਥੇ ਅਸੀਂ ਆਪਦੇ ਐਕਸਪੈਂਡੀਚਰ ਘੱਟ ਕਰਨਾ ਹੈ। ਐਕਸਪੈਂਡੀਚਰ ਘੱਟ ਕਰਨ ਵਾਲਾ ਤਾਂ ਕੋਈ ਵੀ ਉਹ ਨਹੀਂ ਹੈ। ਮੈਨੂੰ ਤਾਂ ਸਰਕਾਰੀਆਂ ਕਾਰਾਂ ਵੀ ਉਵੇਂ ਭੱਜੀਆਂ ਤੁਰੀਆਂ ਫਿਰਦੀਆਂ ਨੇ ਤੇ ਅਫਸਰਾਂ ਦਾ ਵੀ ਉਵੇਂ ਜਿਹੜਾ ਖਰਚੇ ਚੱਲ ਰਹੇ ਨੇ, ਇਹਨਾਂ ਦੀਆਂ ਵੀ ਜਿਹੜੀਆਂ ਨੇ ਉਵੇਂ ਮਿਨਿਸਟਰ ਦਾ ਵੀ ਉਵੇਂ ਚੱਲ ਰਿਹਾ ਹੈਗਾ। ਸੋ ਮੈਨੂੰ ਤਾਂ ਲੱਗ ਨਹੀਂ ਰਿਹਾ ਕਿਤੇ ਇਹ ਸਿਰਫ ਇੱਕ ਮੈਨੂੰ ਲੱਗਦਾ ਕਹਿਣ ਲਈ ਗੱਲ ਕਹਿਤੀ ਵੀ ਅਸੀਂ ਕਰਾਂਗੇ। ਇੱਕ ਵੀ ਸਟੈਪ ਉਹਨਾਂ ਨੇ ਲਿਖਿਆ ਵੀ ਅਸੀਂ ਕਿੱਥੇ ਕਾਸਟ ਕਟਿੰਗ ਕਰਨੀ ਹੈ। ਅਲਟੀਮੇਟਲੀ ਦੇ ਵਿਲ ਹੈਵ ਟੂ ਰਿਡਿਊਸ ਦ ਬਜਟ। ਕਿਤੇ ਨਾ ਕਿਤੇ ਬਜਟਸ ਘੱਟ, ਉਹ ਬਜਟ ਨੋਟੀਫਾਈ ਕਰਨਾ ਪੈਂਦਾ। ਫਾਈਨੈਂਸ ਲਿਖ ਕੇ ਭੇਜੂਗਾ ਵੀ ਤੁਹਾਡਾ ਬਜਟ ਨੂੰ ਰਿਡਿਊਸ ਕਰਕੇ ਇੰਨਾ ਕਰ ਦਿੱਤਾ ਗਿਆ। ਨਾ ਹੀ ਫਾਈਨੈਂਸ ਨੇ ਕੋਈ ਨੋਟੀਫਿਕੇਸ਼ਨ ਕੀਤੀ ਹੈ ਬਜਟਸ ਦੇ ਵਿੱਚ ਕੱਟ ਲਾਉਣ ਲਈ। ਤੇ ਮੈਨੂੰ ਤਾਂ ਕੋਈ ਇਹਦਾ ਲੱਗ ਨਹੀਂ ਰਿਹਾ, ਸਿਰਫ ਇਹ ਲੋਕਾਂ ਨੂੰ ਮਤਲਬ ਸਿਰਫ ਸ਼ਾਂਤ ਕਰਨ ਵਾਸਤੇ ਕਰ ਰਹੇ ਨੇ। ਚੱਲ ਰਹੇ ਹੈਗੇ ਵੀ ਜਾਣ ਬੁੱਝ ਕੇ ਜਾਂ ਇਹਨਾਂ ਨੂੰ ਆਪਾਂ ਕਰ ਰਹੇ ਹਾਂ ਕਿ ਇੱਕ ਤਾਂ ਮੇਰਾ ਮੰਨਣਾ ਹੈ ਜੀ ਵੀ ਇੱਕ ਪੰਜਾਬ ਦੇ ਵਿੱਚ ਇਹ ਫਿਗਰਸ ਨੂੰ ਸਪਰੈਸ ਕਰਨ ਲਈ ਗਵਰਨਮੈਂਟ ਇਜ਼ ਅਵੋਇਡਿੰਗ ਜਿਹੜੀ ਹੈ ਲਾਰਜ ਸਕੇਲ ਟੈਸਟਿੰਗ, ਰੈਂਡਮ ਸੈਂਪਲਿੰਗ ਟੈਸਟਿੰਗ। ਇਹ ਜਾਣ ਕੇ ਨਹੀਂ ਕਰਦੇ ਵੀ ਜੇ ਕਿਤੇ ਜ਼ਿਆਦਾ ਕੇਸਿਸ ਆ ਗਏ ਤਾਂ ਕਿਤੇ ਇੱਕ ਫੀਅਰ ਨਾ ਹੋ ਜਾਏ ਜਾਂ ਡਰ ਨਾ ਹੋ ਜਾਏ ਜਾਂ ਜੋ ਵੀ ਵਾਟ ਐਵਰ, ਔਰ ਦੇ ਪਰਪਸਲੀ ਵਾਂਟ ਟੂ ਹਾਈਡ ਦੈਮ। ਅਤੇ ਮੈਨੂੰ ਇਹ ਨਹੀਂ ਦਿਖ ਰਿਹਾ ਵੀ ਇਹ ਪ੍ਰੋਪਰ ਟੈਸਟਿੰਗ ਵੀ ਨਹੀਂ ਹੋ ਰਹੀ। ਅਤੇ ਨਾਲੇ ਆਈ ਫੀਅਰ ਵੀ ਦੈਟ ਦਿਸ ਮੇ ਐਕਸਪਲੋਡ ਇਨ ਫਿਊਚਰ। ਹੁਣ ਇਹ ਕਿ ਕਿਤੇ ਵਿਸਫੋਟ ਵੀ ਰੂਪ 'ਚ ਨਾ ਇਹ ਚਲੇ ਜਾਵੇ, ਜਿਸ ਤਰੀਕੇ ਦੇ ਨਾਲ
ਇਹ ਹੋ ਰਿਹਾ ਹੈ। ਹੁਣ ਤਾਂ ਗਵਰਨਮੈਂਟ ਦੀਆਂ ਗਾਈਡਲਾਈਨਸ ਵੀ ਪ੍ਰੋਪਰ ਨਹੀਂ ਫੋਲੋ ਹੋ ਰਹੀਆਂ, ਕਿਤੇ ਵੀ ਨਹੀਂ ਫੋਲੋ ਹੋ ਰਹੀਆਂ। ਅਸੀਂ ਤਾਂ ਜਾਣਦੇ ਹਾਂ ਹੁਣ ਭੋਗਾਂ 'ਤੇ ਵੀ 100 ਬੰਦਾ ਹੁੰਦਾ ਹੈਗਾ, ਵਿਆਹਾਂ 'ਤੇ ਵੀ 50-100 ਬੰਦੇ ਤਾਂ ਆਰਾਮ ਨਾਲ ਹੀ ਹੁੰਦੇ ਨੇ। ਅਤੇ ਗਵਰਨਮੈਂਟ ਨੂੰ ਜਿਹੜੀਆਂ ਨੇ ਸਟ੍ਰਿਕਟਲੀ ਜਿਹੜੀਆਂ ਗਾਈਡਲਾਈਨਸ ਇੰਪਲੀਮੈਂਟ ਕਰੇ। ਮੇਰਾ ਮੈਂ ਪੁੱਛਣਾ ਚਾਹ ਰਹੀ ਸੀ, ਜਿਵੇਂ ਇਹਨਾਂ ਨੂੰ ਫੰਡਸ ਮਿਲਦੇ ਆ ਟੈਸਟਿੰਗ ਲਈ ਕੋਵਿਡ ਨੂੰ ਲੈ ਕੇ ਹੋਇਆ, ਉਹਦੇ ਵਿੱਚ ਤਾਂ ਨਹੀਂ ਕੋਈ ਅੰਬੈਜ਼ਲ ਕਰਨ ਵਾਸਤੇ ਤਾਂ ਨਹੀਂ ਇਹ ਫਿਗਰਸ ਨੂੰ ਜਿਹੜੇ ਡਿਸਟੋਰਟ ਕਰਕੇ ਦੱਸਦੇ? ਇੰਬੈਜ਼ਲਮੈਂਟ ਦੇਖੋ ਪੋਸੀਬਿਲਿਟੀ ਤਾਂ ਹਮੇਸ਼ਾ ਰਹਿੰਦੀ ਹੈ, ਬਟ ਅੱਜ ਦੀ ਡੇਟ 'ਚ ਮੈਂ ਹਜੇ ਇਹਦੇ 'ਤੇ ਕੁਝ ਨਹੀਂ ਕਹਿਣਾ ਚਾਹਾਂਗਾ ਵੀ ਇੰਬੈਜ਼ਲਮੈਂਟ ਮਤਲਬ ਉਹੀ ਕਿਸੇ ਬਾਰੇ ਕਿਸੇ 'ਤੇ ਝੂਠੇ ਐਲੀਗੇਸ਼ਨ ਲਾਉਣ ਦਾ ਤਾਂ ਮੈਂ ਇਸ ਗੱਲ 'ਚ ਵਿਸ਼ਵਾਸ ਵੀ ਨਹੀਂ ਰੱਖਦਾ। ਪਰ ਇਹਨਾਂ ਨੂੰ ਜੋ ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਚਾਹੀਦਾ ਸੀ ਉਹ ਅੱਜ ਤੱਕ ਨਹੀਂ ਤਿਆਰ ਕਰ ਸਕੇ। ਅਲਟੀਮੇਟਲੀ ਇਹ 2 ਮਹੀਨੇ ਸੀ, ਇਹਨਾਂ ਨੂੰ ਜੋ ਵੀ ਇਸ ਕੋਵਿਡ ਦੇ ਫਾਈਟ ਦੇ ਅਗੇਂਸਟ ਜੋ ਇਨਫਰਾਸਟ੍ਰਕਚਰ ਤਿਆਰ ਕਰ ਸਕਦੇ ਸੀ, ਜੋ ਪੈਸਾ ਇੱਧਰ ਲਾ ਸਕਦੇ ਸੀ, ਉਹ ਨਹੀਂ ਲਾਇਆ ਇਹਨਾਂ ਨੇ। ਇਹ ਅੱਜ ਤੱਕ ਨਹੀਂ ਦੱਸਦੇ ਵੀ ਕਿੰਨਾ ਪੈਸਾ ਲਾਇਆ ਹੈ। ਇਹ ਤਾਂ ਕਹਿੰਦੇ ਪੈਸੇ ਹੀ ਹੈ ਨਹੀਂ, ਸੈਂਟਰ ਤੋਂ ਮੰਗਦੇ ਆ। ਸੈਂਟਰ ਨੇ ਤਾਂ ਮੇਰੀ ਗੱਲ ਸੁਣੋ GST ਕੰਪਨਸੇਸ਼ਨ ਵੀ ਦੇਤੀ, ਸੈਂਟਰ ਨੇ ਰੈਵਨਿਊ ਡੈਫਿਸਿਟ ਗ੍ਰਾਂਟ ਵੀ ਦੇਤੀ। ਨਹੀਂ ਪਰ ਮਿਲ ਗਈ ਹੈ ਉਹ ਤਾਂ ਦੇਟ ਇਜ਼ ਕਮ 2000 ਕਰੋੜ GST ਕੰਪਨਸੇਸ਼ਨ ਵੀ ਆ ਗਈ, 600 500 600 ਕਰੋੜ ਰੁਪਇਆ ਰੈਵਨਿਊ ਡੈਫਿਸਿਟ ਗ੍ਰਾਂਟ ਵੀ ਆ ਗਈ। ਇਹ ਤਾਂ ਜਿੱਥੇ ਮਰਜ਼ੀ ਖਰਚ ਸਕਦੇ ਉਹਨੂੰ। ਫਿਰ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਨੂੰ ਸਪੈਸੀਫਿਕ ਇਹਦੇ ਵਾਸਤੇ ਵੀ ਪੈਸੇ ਦਿੱਤੇ ਕੋਵਿਡ ਲੜਾਈ ਲਈ। ਹੁਣ ਤਾਂ ਗਵਰਨਮੈਂਟ ਨੂੰ ਆਪ ਦੇਖਣਾ ਹੈਗਾ ਵੀ ਕਿੱਥੇ ਪ੍ਰਾਇਓਰਟੀਜ਼ ਇਹਨਾਂ ਨੇ ਸੈੱਟ ਕਰਨੀਆਂ। ਇਹ ਪ੍ਰਾਇਓਰਟੀ ਸੈੱਟ ਕਰਨਗੇ ਤਾਂ ਹੀ ਉੱਥੇ ਪੈਸਾ ਲੱਗੂਗਾ। ਕੋਈ ਵੀ ਮੈਨੂੰ ਨਹੀਂ ਦਿਖ ਰਿਹਾ ਵੀ ਹਸਪਤਾਲਾਂ 'ਚ ਮੈਂ ਗੱਲ ਕਰ ਦਾਂਗਾ ਵੀ ਯਾਰ ਤੁਹਾਨੂੰ ਹਸਪੀਟਲਸ ਨੂੰ ਕਿੰਨਾ ਕੁ ਫੰਡਿੰਗ ਹੋਈ ਹੈ, ਉਹ ਤਾਂ ਕਹਿੰਦੇ ਸਾਨੂੰ ਤਾਂ ਕੋਈ ਫਰਕ ਨਹੀਂ ਲੱਗ ਰਿਹਾ ਵੀ ਕਿਤੇ 4 ਸਿਲੰਡਰ ਆਕਸੀਜਨ ਦੇ ਭੇਜਦੇ ਹੋਣ ਜਾਂ PPE ਕਿਟਸ ਭੇਜਤੀਆਂ। ਉਹਦੇ ਨਾਲ ਤਾਂ ਤੁਸੀਂ ਲੜਾਈ ਨਹੀਂ ਲੜ ਸਕਦੇ ਇਕੱਲੇ ਦੇ ਨਾਲ। PPE ਕਿਟਸ ਦਾ ਇਹ ਚੀਜ਼ਾਂ ਤਾਂ ਸਾਰੀਆਂ ਹੀ ਲੋਕਾਂ ਨੇ ਇਹ ਤਾਂ ਵੈਸੇ ਹੀ ਦੇ ਦਿੱਤੀਆਂ ਲੋਕਾਂ ਨੇ, ਫ੍ਰੀ 'ਚ ਦੇ ਦਿੱਤੀਆਂ। ਪ੍ਰੋਵਾਈਡ ਕਰਾ ਦਿੱਤੀਆਂ ਜਿੰਨੀ ਲੋੜ ਵੀ ਹੈ। ਉਹਦੇ ਨਾਲ ਤਾਂ ਬਾਕੀ ਇਨਫਰਾਸਟ੍ਰਕਚਰ ਹਜੇ ਪ੍ਰੋਪਰ ਨਹੀਂ ਹੈਗਾ। GBC ਨੇ ਤਾਂ ਚੋਣਾਂ ਨਹੀਂ ਹੋਈਆਂ ਬਹੁਤ ਚਿਰਾਂ ਤੋਂ, ਉਸ ਨੂੰ ਲੈ ਕੇ ਕੋਈ ਸਾਡਾ ਆਉਣ ਵਾਲੇ ਟਾਈਮ ਦੇ ਨਹੀਂ ਅਸੀਂ ਅਪੀਲ ਕੀਤੀ ਹੈ ਜੀ ਕੇਂਦਰ ਨੂੰ ਵੀ ਸਮਾਂ ਹੋ ਗਿਆ ਵੀ ਇਹਨੂੰ ਜਿਹੜੀ ਹੈ ਕਮਿਸ਼ਨ ਬਿਠਾਈ ਜਾਵੇ। ਜੀ ਤੇ ਨਾਲ ਹੀ ਜੇ ਇਹ ਨਹੀਂ ਹੁੰਦਾ ਤਾਂ ਫਿਰ ਅਸੀਂ ਹੋਰ ਦੇਖਾਂਗੇ ਵੀ ਕਿਵੇਂ। SGPC ਤਕਰੀਬਨ 10 ਸਾਲ ਹੋਣ ਵਾਲੇ ਆ, ਅਗਲੇ ਸਾਲ 10 ਸਾਲ ਹੋ ਜਾਣਗੇ ਜੀ। ਇਹ ਤਾਂ ਹੁਣ ਪੰਜਾਬ ਦੇ ਜਿਹੜੇ ਸਿੱਖ ਨੇ ਜਿਹੜੇ ਜਿਨ੍ਹਾਂ ਕੋਲ SGPC ਦੀ ਚੋਣ ਕਰਨ ਦਾ ਹੱਕ ਹੈ ਉਹਨਾਂ ਨਾਲ ਧੱਕਾ ਹੈਗਾ। 10-10 ਸਾਲ ਜੇ SGPC ਦੀ ਚੋਣ ਨਹੀਂ ਹੋਏਗੀ ਜੀ ਤਾਂ ਲੋਕ ਆਪਦੇ ਮਰਜ਼ੀ ਦੇ ਨੁਮਾਇੰਦੇ ਨਹੀਂ ਭੇਜ ਸਕਦੇ, ਤਾਂ ਫਿਰ ਇਸ ਤੋਂ ਵੱਡਾ ਕੀ ਨਿਆਂ ਹੋ ਸਕਦਾ ਹੈ। ਦੈਟ ਮੀਨਸ ਵੀ ਤੁਸੀਂ ਇਹ ਤਾਂ ਉਹਨਾਂ ਆਪਦੀ ਭਾਵਨਾ ਅਨੁਸਾਰ ਆਪਦੇ ਜਿਹੜੇ ਨੇ ਧਾਰਮਿਕ ਮਸਲੇ ਵੀ ਨਹੀਂ ਚਲਾ ਸਕਦੇ ਹੋ ਫॉर ਇਲੈਕਸ਼ਨ। ਉਹ ਛੇਤੀ ਉਹ ਨੋਟੀਫਾਈ ਕਰਿਆ ਜਾਵੇ। ਤੀਸਰਾ ਪ੍ਰੋਗਰਾਮ ਆਪਣਾ ਕਿਸੇ ਨਾਲ ਕੋਈ ਗੱਲਬਾਤ ਇਹ ਸਾਰੇ ਅਸੀਂ ਗੱਲ ਕਰਨੀ ਹੈ, ਸਾਡੇ ਸਾਥੀ ਨੇ, ਅਸੀਂ ਘਰ ਘਰ ਜਾਵਾਂਗੇ, ਪਿੰਡ ਜਾਵਾਂਗੇ, ਦੱਸਾਂਗੇ ਲੋਕਾਂ ਨੂੰ ਤੇ ਵੀ ਕੀ ਸਾਡਾ ਮਿਸ਼ਨ ਹੈ, ਕੀ ਅਸੀਂ ਚਾਹੁੰਦੇ ਹਾਂ ਪੰਜਾਬ ਵਾਸਤੇ। ਉਹ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਅਸੀਂ ਚਾਹੁੰਦੇ ਹਾਂ ਵੀ ਅਸਲ ਜਿਹੜਾ ਅਕਾਲੀ ਦਲ ਜਿਹੜਾ ਜਿਸ ਭਾਵਨਾ ਨਾਲ 1920 ਸਥਾਪਿਤ ਹੋਇਆ ਸੀ ਉਹੀ ਦੁਬਾਰੇ ਅਕਾਲੀ ਦਲ ਖੜਾ ਹੋਵੇ। ਪਿੱਛੇ ਵੀ ਤੁਹਾਡਾ ਇੱਕ ਬਿਆਨ ਆਇਆ ਸੀ ਵੀ ਸਾਡੇ ਬਹੁਤ ਸਾਰੇ ਅਕਾਲੀ ਵਿਧਾਇਕ ਉਹਨਾਂ ਨੇ ਸਾਡੀ ਗੱਲਬਾਤ ਚੱਲਦੀ ਆ, ਪਰ ਅਜੇ ਤੱਕ ਸ਼ੋਰ ਅਕਾਲੀ ਆਗੂਆਂ ਨਾਲ, ਮੈਂ ਕਿਹਾ ਜੀ ਵਿਧਾਇਕਾਂ ਨਾਲ ਵੀ ਅਕਾਲੀ ਆਗੂਆਂ ਨਾਲ, ਜ਼ਿਆਦਾ ਮੇਰੀ ਅਕਾਲੀ ਆਗੂਆਂ ਨਾਲ ਸੀ ਚੱਲ ਰਹੀ ਹੈ। ਤੇ ਹੁਣ ਤਾਂ ਪਿੱਛੇ 4-3 ਮਹੀਨੇ ਤਾਂ ਕਰੋਨਾ ਹੀ ਰਹੀ। ਸੋ ਕਰੋਨਾ ਤਾਂ ਜਿਹੜਾ ਹੈ ਸਾਰਾ ਸਿਆਸੀ ਗਤੀਵਿਧੀਆਂ ਰੁਕੀਆਂ ਤੇ ਬਣਦੀਆਂ ਵੀ ਨਹੀਂ ਸੀ। ਅਗਲ ਸਾਡਾ ਫਸਟ ਪ੍ਰਾਇੋਰਟੀ ਹੈ ਵੀ ਜਿਹੜੀ ਹੈ ਸਿਹਤਯਾਬੀ ਸਾਰਿਆਂ ਦੀ ਤੇ ਸੇਫਟੀ। ਸੋ ਹੁਣ ਥੋੜ੍ਹਾ ਜਿਹਾ ਖੁੱਲ੍ਹਿਆ, ਮੈਨੂੰ ਤਾਂ ਇਹ ਵੀ ਨਹੀਂ ਪਤਾ ਹੁਣ ਕਿੰਨਾ ਚਿਰ ਖੁੱਲ੍ਹਾ ਰਹੇਗਾ ਇਹ। ਤੇ ਅਸੀਂ ਜਿੰਨੀ ਕੁ ਅਲਾਊਡ ਹੈ ਸਾਨੂੰ ਉਨੀ ਕੁ ਐਕਟੀਵਿਟੀ ਅਸੀਂ ਕਰ ਰਹੇ ਹਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।